ਦੋਸਤੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਾਰਲ ਚਾਪੇਕ ਦੀ ਲਿਖੀ ਕਹਾਣੀ ਦੀਪ। ਇਹ ਕਹਾਣੀ ਕਿਤਾਬ ਰੰਗ ਪਿਆਰ ਦੇ ਵਿੱਚੋਂ ਲਈ ਗਈ ਹੈ ਅਤੇ ਇਸ ਦਾ ਅਨੁਵਾਦ ਕੀਤਾ ਹੈ ਰਿਸ਼ੀ ਹਿਰਦੇਵਪਾਲ ਨੇ। ਕਿਸੇ ਵੇਲੇ ਲਿਸਬਨ ਵਿੱਚ ਡੋਮ ਲੂਇਜ਼ ਡੀ ਫਾਰੀਆ ਨਾਂ ਦਾ ਇੱਕ ਵਿਅਕਤੀ ਰਿਹਾ ਕਰਦਾ ਸੀ। ਆਪਣੇ ਜੀਵਨ ਵਿੱਚ ਉਸਨੇ ਜਹਾਜ਼ ਨਾਲ ਪੂਰੀ ਦੁਨੀਆ ਦੀ ਸੈਰ ਕੀਤੀ। ਉਹਨੇ ਬੜੇ ਹੀ ਰਮਣੀਕ ਥਾਵਾਂ ਦਾ ਆਨੰਦ ਲਿਆ। ਉਹਦੀ ਮੌਤ ਇੱਕ ਅਜਿਹੇ ਵੀਰਾਨ ਤੇ ਦੁਰੇਡੇ ਟਾਪੂ ਤੇ ਹੋਈ ਜਿਸ ਦਾ ਚਿਤਰਣ ਕਰਨਾ ਕਲਪਨਾ ਤੋਂ ਵੀ ਬਾਹਰ ਹੈ। ਜਿਹੋ ਜਿਹਾ ਜੀਵਨ ਇੱਦਾਂ ਦੇ ਲੋਕ ਜਿਉਂਦੇ ਹਨ, ਉਹਨੇ ਉੱਦਾਂ ਦਾ ਹੀ ਜੀਵਨ ਜੀਵਿਆ। ਉਹਨੇ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਆਪਣੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕੀਤੀ। ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਈ। ਥੋੜ੍ਹੇ ਚਿਰ ਬਾਅਦ ਹੀ ਉਹ ਇਸ ਜੀਵਨ ਤੋਂ ਅੱਕ ਗਿਆ। ਜਿਉਣਾ ਉਹਨੂੰ ਬੋਝ ਜਾਪਣ ਲੱਗਿਆ। ਉਹਨੇ ਆਪਣੀ ਸਮੁੱਚੀ ਜਾਇਦਾਦ ਧਨ ਵਿੱਚ ਤਬਦੀਲ ਕਰਵਾਈ ਤੇ ਜਹਾਜ਼ ਤੇ ਸਵਾਰ ਹੋ ਸੰਸਾਰ ਯਾਤਰਾ ਤੇ ਨਿਕਲ ਪਿਆ। ਇਸ ਜਹਾਜ਼ ਤੋਂ ਪਹਿਲਾਂ ਉਹ ਕੈਂਡੀ ਤੇ ਪਾਲਰੇਨਾ, ਕੁਸਤੁਨਤੁਨੀਆ, ਬੇਰੁਤ, ਫਿਲਿਸਤੀਨ, ਮਿਸਰ, ਸਿਲੋਨ ਤੇ ਅਰਬ ਦੀ ਯਾਤਰਾ ਤੇ ਗਿਆ ਸੀ। ਇਸ ਤੋਂ ਮਗਰੋਂ ਉਹ ਜਾਣਾ ਵੀ ਗਿਆ। ਆਪਣੇ ਮਲਾਹ ਸੰਗ ਸਮੁੰਦਰੀ ਬੇੜਾ ਹਰੇਕ ਪਾਸੇ ਗਿਆ। ਕਦੇ ਕਦਾਈ ਉਹ ਆਪਣੇ ਹਮਵਤਨਾਂ ਨੂੰ ਮਿਲਦਾ ਜਿਹੜੇ ਦੇਸ਼ ਤੋਂ ਆ ਰਹੇ ਹੁੰਦੇ ਸਨ। ਆਪਣੀ ਜੰਮਣ ਭੋਏ ਬਾਰੇ ਪੁੱਛਣ ਤੇ ਖੁਸ਼ੀ ਨਾਲ ਉਹਦੀਆਂ ਅੱਖਾਂ ਭਰ ਆਉਂਦੀਆਂ। ਜਦੋਂ ਉਹ ਇਹਨਾਂ ਦੇਸ਼ਾਂ ਦੀ ਯਾਤਰਾ ਕਰਦਾ ਤੇ ਉੱਥੋਂ ਖਾਸ ਚੀਜ਼ਾਂ ਨੂੰ ਵੇਖਦਾ ਤਾਂ ਡੋਮ ਲੂਇਜ਼ ਨੂੰ ਲੱਗਦਾ ਕਿ ਉਹ ਆਪਣੇ ਪਹਿਲਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਭੁੱਲ ਜਾਵੇਗਾ। ਉਹ ਵਿਸ਼ਾਲ ਸਮੁੰਦਰ 'ਚ ਨਿਰੰਤਰ ਯਾਤਰਾ ਤੇ ਰਿਹਾ। ਇੱਕ ਦਿਨ ਅਚਾਨਕ ਉਸਦਾ ਜਹਾਜ਼ ਤੂਫਾਨ ਦੀ ਚਪੇਟ 'ਚ ਆ ਗਿਆ। ਜਹਾਜ਼ ਲਹਿਰਾਂ ਤੇ ਇਸ ਤਰ੍ਹਾਂ ਡੋਲ ਰਿਹਾ ਸੀ ਜਿਵੇਂ ਬੋਤਲ ਦਾ ਢੱਕਣ। ਉਹ ਬਿਨਾਂ ਕਿਸੇ ਕਿਨਾਰੇ ਦੇ ਵਹਿਣ ਲੱਗਾ। 3 ਦਿਨਾਂ ਤੱਕ ਤੂਫਾਨ ਇੱਦਾਂ ਹੀ ਖਤਰਨਾਕ ਬਣਿਆ ਰਿਹਾ। ਤੀਜੀ ਰਾਤ ਜਹਾਜ਼ ਮੂੰਗੇ ਦੀ ਚੱਟਾਨ ਨਾਲ ਜਾ ਟਕਰਾਇਆ। ਇਸ ਦੌਰਾਨ ਤੇਜ਼ ਤੂਫਾਨ ਨੇ ਲੂਇਜ਼ ਨੂੰ ਹਵਾ 'ਚ ਕਾਫੀ ਉੱਚਾ ਉਛਾਲ ਕੇ ਵਾਪਸ ਪਾਣੀ 'ਚ ਸੁੱਟ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਤੇਜ਼ ਵਹਾਅ ਨੇ ਉਸ ਨੂੰ ਪਾਣੀ 'ਚ ਵਹਿ ਰਹੇ ਤਖਤੇ ਤੇ ਸੁੱਟ ਦਿੱਤਾ। ਜਦੋਂ ਉਹਨੂੰ ਹੋਸ਼ ਆਇਆ ਤਾਂ ਦੇਖਿਆ ਕਿ ਦੁਪਹਿਰ ਦਾ ਵੇਲਾ ਸੀ ਤੇ ਉਸਨੇ ਖੁਦ ਨੂੰ ਸ਼ਾਂਤ ਸਮੁੰਦਰ ਵਿੱਚ ਤਖਤੇ ਤੇ ਪਾਇਆ। ਪਹਿਲੀ ਵਾਰ ਉਹਨੂੰ ਜਿਉਂਦੇ ਹੋਣ ਦਾ ਆਨੰਦ ਸਮਝ ਆਇਆ। ਇਸ ਫੱਟੇ ਤੇ ਉਹ ਦੂਜੇ ਦਿਨ ਵੀ ਵਹਿੰਦਾ ਰਿਹਾ, ਪਰ ਉਹਨੂੰ ਕਿਧਰੇ ਵੀ ਜ਼ਮੀਨ ਨਾ ਦਿਸੀ। ਦੂਜੇ ਪਾਸੇ ਤਖਤਾ ਪਾਣੀ ਦੇ ਪ੍ਰਹਾਰ ਨੂੰ ਸਹਿ ਨਹੀਂ ਪਾ ਰਿਹਾ ਸੀ ਤੇ ਪੁਰਾਣਾ ਹੋਣ ਕਾਰਨ ਹੌਲੀ-ਹੌਲੀ ਟੁੱਟਦਾ ਜਾ ਰਿਹਾ ਸੀ। ਲੂਇਜ਼ ਉਸ ਨੂੰ ਆਪਣੇ ਕੱਪੜਿਆਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸਦਾ ਕੋਈ ਫਾਇਦਾ ਨਾ ਹੋਇਆ। ਤਖਤਾ ਹੌਲੀ-ਹੌਲੀ ਅੱਡ ਹੁੰਦਾ ਜਾ ਰਿਹਾ ਸੀ। ਅੰਤ ਤਖਤੇ ਤੇ ਸਿਰਫ 3 ਫੱਟੀਆਂ ਹੀ ਬਚੀਆਂ। ਡੋਮ ਮੁਕੰਮਲ ਤੌਰ ਤੇ ਥੱਕ ਚੁੱਕਾ ਸੀ। ਉਹਨੇ ਜ਼ਿੰਦਗੀ ਨੂੰ ਅਲਵਿਦਾ ਕਹਿ ਸਾਰਾ ਕੁਝ ਰੱਬ ਤੇ ਛੱਡ ਦਿੱਤਾ। ਤੀਜੇ ਦਿਨ ਸਵੇਰ ਦੀਆਂ ਕਿਰਨਾਂ ਨਾਲ ਹੀ ਉਹਨੂੰ ਇੱਕ ਖੂਬਸੂਰਤ ਦੀਪ ਦਿਸਿਆ। ਦੀਪ ਤੇ ਛਾਂ ਦਾ ਰੁੱਖ ਤੇ ਹਰਿਆਲੀ ਦਾ ਦਬਦਬਾ ਸੀ। ਦੀਪ ਦੇਖਣ ਨੂੰ ਸਮੁੰਦਰ ਤੇ ਵਹਿੰਦਾ ਜਾਪ ਰਿਹਾ ਸੀ। ਆਖਰ ਲੂਣ ਤੇ ਝੱਗ ਨਾਲ ਲੱਥ-ਪੱਥ ਡੋਮ ਨੇ ਦੀਪ ਤੇ ਕਦਮ ਰੱਖੇ। ਉਦੋਂ ਹੀ ਕੁਝ ਜੰਗਲੀ ਸ਼ੋਰ ਮਚਾਉਂਦੇ ਝਾੜੀਆਂ ਤੋਂ ਬਾਹਰ ਨਿਕਲੇ। ਅਜਿਹੀਆਂ ਅਜਨਬੀ ਆਵਾਜ਼ਾਂ ਨੂੰ ਸੁਣ ਕੇ ਡੋਮ ਘਬਰਾ ਗਿਆ। ਗੋਡਿਆਂ ਭਾਰ ਹੋ ਘਬਰਾਇਆ ਹੋਇਆ ਡੋਮ ਪ੍ਰਾਰਥਨਾ ਦੀ ਮੁਦਰਾ 'ਚ ਰੇਤ ਤੇ ਬਹਿ ਗਿਆ। ਥੱਕਿਆ ਟੁੱਟਿਆ ਡੋਮ ਉੱਥੇ ਹੀ ਸਮੁੰਦਰ ਦੇ ਕਿਨਾਰੇ ਸੌਂ ਗਿਆ। ਸੂਰਜ ਡੁੱਬਣ ਵੇਲੇ ਅੰਤਾਂ ਦੀ ਭੁੱਖ ਲੱਗਣ ਕਾਰਨ ਉਹਦੀ ਅੱਖ ਖੁੱਲ੍ਹ ਗਈ। ਉਹਦੇ ਆਸ-ਪਾਸ ਦੀ ਰੇਤਲੀ ਧਰਤੀ ਪੈਰਾਂ ਦੇ ਨਿਸ਼ਾਨਾਂ ਨਾਲ ਭਰੀ ਪਈ ਸੀ। ਲੂਇਜ਼ ਨੂੰ ਇਹ ਸੋਚ ਕੇ ਚੰਗਾ ਲੱਗਿਆ ਕਿ ਉਹਦੇ ਬੇਹੋਸ਼ ਹੋਣ ਤੇ ਕਈ ਜੰਗਲੀ ਲੋਕ ਉਹਦੇ ਨੇੜੇ ਆ ਬੈਠੇ, ਪਰ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਸ ਉਪਰੰਤ ਉਹ ਖਾਣੇ ਦੀ ਤਲਾਸ਼ 'ਚ ਨਿਕਲਿਆ, ਪਰ ਉਦੋਂ ਤੱਕ ਕਾਫੀ ਹਨੇਰਾ ਹੋ ਚੁੱਕਿਆ ਸੀ। ਜਦ ਉਹ ਚੱਟਾਨ ਦੇ ਦੂਜੇ ਪਾਸੇ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਜੰਗਲੀ ਇੱਕ ਘੇਰਾ ਬਣਾ ਕੇ ਰਾਤ ਦਾ ਖਾਣਾ ਖਾ ਰਹੇ ਸਨ। ਘੇਰੇ 'ਚ ਬੈਠੀਆਂ ਔਰਤਾਂ, ਮਰਦਾਂ ਤੇ ਬੱਚਿਆਂ ਨੂੰ ਉਹਨੇ ਵੇਖਿਆ, ਪਰ ਉਹਦੀ ਇੰਨੀ ਹਿੰਮਤ ਨਾ ਹੋਈ ਕਿ ਉਹ ਇੱਕ ਭਿਖਾਰੀ ਵਾਂਗ ਹੀ ਸਹੀ ਉਹਨਾਂ ਦੇ ਨੇੜੇ ਉਹ ਖਾਣ ਲਈ ਕੁਝ ਮੰਗ ਸਕੇ। ਅਚਾਨਕ ਝੁੰਡ 'ਚੋਂ ਇੱਕ ਔਰਤ ਉੱਠੀ ਤੇ ਉਹਨੇ ਲੂਇਜ਼ ਦੇ ਸਾਹਮਣੇ ਫਲਾਂ ਦੀ ਇੱਕ ਟੋਕਰੀ ਰੱਖ ਦਿੱਤੀ। ਭੋਜਨ ਸਾਹਮਣੇ ਵੇਖ ਲੂਇਜ਼ ਉਸ ਤੇ ਟੁੱਟ ਕੇ ਪੈ ਗਿਆ। ਕੇਲੇ, ਅੰਜੀਰ ਤੇ ਹੋਰ ਫਲਾਂ ਦੇ ਨਾਲ-ਨਾਲ ਭੋਜਨ ਵਿੱਚ ਸੁੱਕਾ ਮਾਸ ਵੀ ਸੀ। ਇਹਨਾਂ ਦਾ ਸਵਾਦ ਕਾਫੀ ਅੱਡ ਸੀ। ਉਸੇ ਔਰਤ ਨੇ ਲੂਇਜ਼ ਦੇ ਸਾਹਮਣੇ
ਠੰਡੇ ਪਾਣੀ ਦੀ ਇੱਕ ਸੁਹਾਰੀ ਵੀ ਲਿਆ ਰੱਖੀ ਤੇ ਉੱਥੇ ਹੀ ਬੈਠ ਲੂਈਜ਼ ਨੂੰ ਖਾਣਾ ਖਾਂਦੇ ਵੇਖਣ ਲੱਗੀ। ਲੂਈਜ਼ ਨੇ ਢਿੱਡ ਭਰ ਜਾਣ ਤੇ ਆਨੰਦ ਮਹਿਸੂਸ ਕੀਤਾ। ਹਮਦਰਦੀ ਵਜੋਂ ਉਹਨੇ ਉਸ ਔਰਤ ਅਤੇ ਬਾਕੀ ਲੋਕਾਂ ਦਾ ਧੰਨਵਾਦ ਕੀਤਾ। ਜਦੋਂ ਲੂਈਜ਼ ਇਹ ਸਭ ਕਹਿ ਰਿਹਾ ਸੀ, ਉਸ ਵੇਲੇ ਇਦਾਂ ਲੱਗ ਰਿਹਾ ਸੀ ਜਿਵੇਂ ਧੰਨਵਾਦ ਦੇ ਸ਼ਬਦ ਉਹਦੇ ਦਿਲੋਂ ਇੱਕ ਵਿਸਮਾਦ ਆਨੰਦ ਵਾਂਗ ਖੂਬਸੂਰਤ ਰੂਪ ਲੈ ਕੇ ਨਿਕਲ ਰਹੇ ਸਨ। ਉਹਨੂੰ ਜਾਪਦਾ ਸੀ ਜਿਵੇਂ ਉਹ ਇਸ ਤੋਂ ਪਹਿਲਾਂ ਕਦੇ ਇੰਨੇ ਚੰਗੇ ਤਰੀਕੇ ਨਾਲ ਨਹੀਂ ਬੋਲਿਆ ਸੀ। ਉਹ ਜੰਗਲੀ ਔਰਤ ਵੀ ਉਹਦੇ ਸਾਹਮਣੇ ਬੈਠ ਬੜੇ ਧਿਆਨ ਨਾਲ ਸੁਣ ਰਹੀ ਸੀ। ਲੂਈਜ਼ ਨੂੰ ਜਾਪਿਆ ਕਿ ਕੁੜੀ ਨੂੰ ਠੀਕ ਤਰ੍ਹਾਂ ਸਮਝਾਉਣ ਲਈ ਉਹਨੂੰ ਦੁਬਾਰਾ ਧੰਨਵਾਦ ਕਰਨਾ ਚਾਹੀਦਾ ਹੈ। ਫਿਰ ਉਹ ਵੱਖਰੀ ਭਾਂਤ ਦੀਆਂ ਗੱਲਾਂ ਕਰਕੇ ਉਹਦਾ ਧੰਨਵਾਦ ਕਰਨ ਲੱਗਿਆ। ਇਹ ਇਦਾਂ ਲੱਗ ਰਿਹਾ ਸੀ ਜਿੱਦਾਂ ਅਰਦਾਸ ਕਰ ਰਿਹਾ ਹੋਵੇ। ਇਸ ਦੌਰਾਨ ਨੇੜੇ ਬੈਠੇ ਜੰਗਲੀ ਸੰਘਣੇ ਜੰਗਲ ਵੱਲ ਤੁਰ ਪਏ। ਲੂਈਜ਼ ਨੂੰ ਡਰ ਸਤਾਉਣ ਲੱਗਿਆ ਕਿ ਉਹ ਇਸ ਭਿਆਨਕ ਜੰਗਲ 'ਚ ਇਕੱਲਾ ਰਹਿ ਜਾਵੇਗਾ। ਉਹ ਉਸ ਕੁੜੀ ਨੂੰ ਉੱਥੇ ਬਿਠਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗਾ। ਲੂਈਜ਼ ਨੇ ਉਸ ਨੂੰ ਦੱਸਿਆ ਕਿ ਉਹ ਕਿੱਧਰੋਂ ਆਇਆ ਹੈ, ਕਿਵੇਂ ਉਹਦਾ ਜਹਾਜ਼ ਟੁੱਟ ਗਿਆ ਤੇ ਫਿਰ ਲਹਿਰਾਂ ਸੰਗ ਉਸ ਨੂੰ ਕਿੰਨੀਆਂ ਮੁਸੀਬਤਾਂ ਝੱਲਣੀਆਂ ਪਈਆਂ। ਕੁੜੀ ਉੱਥੇ ਹੀ ਢਿੱਡ ਦੇ ਭਾਰ ਪੈ ਗਈ ਤੇ ਬੜੇ ਧਿਆਨ ਨਾਲ ਲੂਈਜ਼ ਦੀਆਂ ਗੱਲਾਂ ਸੁਣਨ ਲੱਗੀ। ਲੂਈਜ਼ ਨੇ ਦੇਖਿਆ ਕਿ ਉਹ ਕੁੜੀ ਰੇਤ ਤੇ ਸੌਂ ਰਹੀ ਸੀ। ਉਹ ਦੂਰ ਬੈਠ ਕੇ ਅਸਮਾਨ ਦੇ ਤਾਰਿਆਂ ਤੇ ਸਮੁੰਦਰ ਦੀ ਕਲ-ਕਲ ਧੁਨੀ ਉਦੋਂ ਤੱਕ ਸੁਣਦਾ ਰਿਹਾ ਜਦੋਂ ਤੱਕ ਉਸ ਨੂੰ ਨੀਂਦ ਨਾ ਆ ਗਈ। ਸਵੇਰੇ ਉੱਠ ਕੇ ਉਹ ਕੁੜੀ ਨੂੰ ਭਾਲਣ ਲੱਗ ਪਿਆ, ਪਰ ਉਹ ਗੁਆਚ ਚੁੱਕੀ ਸੀ। ਰੇਤ ਤੇ ਉਹਦੇ ਪਿੰਡੇ ਦੇ ਗਹਿਰੇ ਨਿਸ਼ਾਨ ਸਨ। ਜਦ ਉਹਨੇ ਨੇੜੇ ਹੋ ਕੇ ਇੱਕ ਖੱਡੇ 'ਚ ਪੈਰ ਪਾਇਆ ਤੇ ਉਹਨੇ ਮਹਿਸੂਸ ਕੀਤਾ ਕਿ ਸੂਰਜ ਦੀ ਗਰਮੀ ਕਰਕੇ ਉਹ ਗਰਮ ਹੋ ਗਿਆ ਸੀ। ਉਹ ਸਮੁੰਦਰ ਦੇ ਕਿਨਾਰੇ-ਕਿਨਾਰੇ ਦੀਪ ਨੂੰ ਦੇਖਣ ਲਈ ਨਿਕਲ ਤੁਰਿਆ। ਕਈ ਵਾਰ ਉਹਨੂੰ ਜੰਗਲ ਤੇ ਝਾੜੀਆਂ 'ਚੋਂ ਹੋ ਕੇ ਗੁਜ਼ਰਨਾ ਪਿਆ। ਦਲਦਲ ਤੋਂ ਬਚਣ ਲਈ ਉਸ ਨੂੰ ਪੱਥਰ ਦੀ ਚੱਟਾਨ ਦਾ ਸਹਾਰਾ ਵੀ ਲੈਣਾ ਪਿਆ। ਕਈ ਵਾਰ ਉਹਦਾ ਸਾਹਮਣਾ ਜੰਗਲੀਆਂ ਦੇ ਝੁੰਡਾਂ ਨਾਲ ਵੀ ਹੋਇਆ, ਪਰ ਉਹ ਡਰਿਆ ਨਹੀਂ। ਉਹਨੇ ਮਹਿਸੂਸ ਕੀਤਾ ਕਿ ਇਹ ਸਮੁੰਦਰ ਦੁਨੀਆ 'ਚ ਸਭ ਤੋਂ ਨੀਲਾ ਹੈ, ਜਿੱਥੇ ਹਰਿਆਲੀ ਦਾ ਚੌਂ ਪਾਸੇ ਰਾਜ ਹੈ। ਲੂਈਜ਼ ਸਾਰਾ ਦਿਨ ਸਮੁੰਦਰ ਦੀ ਖੂਬਸੂਰਤੀ ਦਾ ਨਜ਼ਾਰਾ ਲੈਂਦਾ ਰਿਹਾ। ਉਹਨੇ ਜਿੰਨੇ ਵੀ ਦੀਪ ਦੇਖੇ, ਉਹਨਾਂ ਵਿੱਚੋਂ ਇਹ ਸਭ ਤੋਂ ਖੂਬਸੂਰਤ ਸੀ। ਇੱਥੋਂ ਤੱਕ ਕਿ ਇਸ ਦੀਪ ਦੇ ਜੰਗਲੀ ਵੀ ਦੂਜੇ ਦੀਪਾਂ ਦੇ ਮੁਕਾਬਲੇ ਵਧੇਰੇ ਸੱਭਿਅਕ ਤੇ ਸ਼ਾਂਤ ਸਨ। ਦੂਜੇ ਦਿਨ ਵੀ ਉਹ ਦੀਪ ਦੇ ਚੱਕਰ ਲਗਾਉਂਦਾ ਰਿਹਾ। ਉਹਨੇ ਸੋਚਿਆ ਕਿ ਜੇ ਕਿਤੇ ਸਵਰਗ ਹੋਵੇਗਾ ਤਾਂ ਇਦਾਂ ਹੀ ਹੋਵੇਗਾ। ਸ਼ਾਮੀ ਉਹ ਫੇਰ ਉੱਥੇ ਪਹੁੰਚ ਗਿਆ ਜਿੱਥੇ ਸਮੁੰਦਰੋਂ ਬਾਹਰ ਆਉਣ ਤੋਂ ਬਾਅਦ ਪਹੁੰਚਿਆ ਸੀ। ਇੱਥੇ ਉਹੀ ਜੰਗਲੀ ਕੁੜੀ ਇਕੱਲੀ ਬੈਠੀ ਸੀ ਤੇ ਆਪਣੇ ਵਾਲ ਸੰਵਾਰ ਰਹੀ ਸੀ। ਜਿਸ ਲੱਕੜ ਤੇ ਵਹਿੰਦਾ ਉਹ ਇੱਥੇ ਪਹੁੰਚਿਆ ਸੀ, ਉਹ ਕੁੜੀ ਦੇ ਕੋਲ ਪਈ ਸੀ। ਸਮੁੰਦਰ ਦੀਆਂ ਲਹਿਰਾਂ ਨੇ ਉਹਨੂੰ ਇੰਨੀ ਦੂਰ ਸਿੱਟ ਦਿੱਤਾ ਸੀ ਕਿ ਵਾਪਸ ਪਰਤਣਾ ਔਖਾ ਸੀ। ਲੂਈਜ਼ ਉਹਦੇ ਕੋਲੇ ਬੈਠ ਗਿਆ ਤੇ ਸਮੁੰਦਰ ਨੂੰ ਵੇਖਣ ਲੱਗ ਪਿਆ। ਥੋੜੇ ਚਿਰ ਨੂੰ ਉਹਦਾ ਦਿਲ ਦੁੱਖ ਨਾਲ ਭਰ ਗਿਆ ਤੇ ਉਹ ਆਪਣੇ ਦੁੱਖ ਨੂੰ ਬਿਆਨ ਕਰਨ ਲੱਗਾ। ਲੂਈਜ਼ ਨੇ ਕੁੜੀ ਨੂੰ ਦੱਸਿਆ ਕਿ ਉਹ 2 ਦਿਨਾਂ ਤੋਂ ਚੱਕਰ ਕੱਢ ਰਿਹਾ, ਪਰ ਉਹਨੂੰ ਆਪਣੇ ਵਰਗਾ ਕੋਈ ਨਹੀਂ ਮਿਲਿਆ। ਇਹੀ ਨਹੀਂ, ਨਾ ਤਾਂ ਕੋਈ ਕਸਬਾ ਜਾਂ ਬੰਦਰਗਾਹ ਮਿਲਿਆ। ਉਹਨੇ ਕੁੜੀ ਨੂੰ ਦੱਸਿਆ ਕਿ ਕਿੱਦਾਂ ਉਸਦੇ ਸਾਰੇ ਸਾਥੀ ਸਮੁੰਦਰ ਦੀ ਭੇਂਟ ਚੜ੍ਹ ਗਏ ਤੇ ਉਹ ਕਿਸ ਤਰ੍ਹਾਂ ਇਸ ਸੁਨਸਾਨ ਦੀਪ ਤੇ ਪਹੁੰਚ ਗਿਆ ਜਿੱਥੇ ਉਹਦੇ ਵਾਪਸ ਪਰਤਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜੰਗਲੀਆਂ ਦੇ ਦਰਮਿਆਨ ਉਹ ਇਕੱਲਾ ਰਹਿ ਗਿਆ ਹੈ। ਉੱਤੋਂ ਉਹਨਾਂ ਦੀ ਭਾਸ਼ਾ ਵੀ ਉਹਦੇ ਪੱਲੇ ਨਹੀਂ ਪੈਂਦੀ। ਜੰਗਲੀ ਕੁੜੀ ਨੀਂਦ ਆਉਣ ਤੱਕ ਉਹਦੀਆਂ ਗੱਲਾਂ ਬੜੇ ਹੀ ਆਰਾਮ ਨਾਲ ਸੁਣਦੀ ਰਹੀ। ਇਦਾਂ ਲੱਗ ਰਿਹਾ ਸੀ ਜਿੱਦਾਂ ਲੂਈਜ਼ ਨੇ ਆਪਣੇ ਦੁੱਖਾਂ ਦੀ ਕੋਈ ਲੋਰੀ ਉਸ ਨੂੰ ਸੁਣਾ ਦਿੱਤੀ ਹੋਵੇ। ਉਹਦੇ ਸੌਣ ਉਪਰੰਤ ਲੂਈਜ਼ ਵੀ ਸ਼ਾਂਤ ਹੋ ਗਿਆ ਤੇ ਹੌਲੀ-ਹੌਲੀ ਸਾਹ ਲੈਣ ਲੱਗਿਆ। ਸਵੇਰੇ ਦੋਵੇਂ ਇੱਕ ਚਟਾਨ ਤੇ ਬੈਠੇ ਖਤਿਜ ਨੂੰ ਦੇਖਣ ਲੱਗੇ। ਉੱਥੇ ਬੈਠ ਲੂਈਜ਼ ਆਪਣੀ ਪੂਰੀ ਜ਼ਿੰਦਗੀ ਨੂੰ ਆਂਕਣ ਲੱਗਿਆ। ਲਿਸਬਨ ਦਾ ਸਾਫ਼ ਵਾਤਾਵਰਨ, ਪਿਆਰ ਪ੍ਰਸੰਗ, ਸਮੁੰਦਰ ਯਾਤਰਾਵਾਂ ਤੇ ਹਰ ਉਹ ਚੀਜ਼ ਜਿਸ ਦਾ ਉਸਨੇ ਆਨੰਦ ਲਿਆ ਸੀ। ਉਸਨੇ ਆਪਣੇ ਜੀਵਨ ਦੇ ਹਸੀਨ ਪਲਾਂ ਦਾ ਆਨੰਦ ਉਠਾਉਣ ਲਈ ਆਪਣੀਆਂ ਅੱਖਾਂ ਮੀਚ ਲਈਆਂ। ਜਦ ਉਹਨੇ ਅੱਖਾਂ ਖੋਲ੍ਹੀਆਂ ਤਾਂ ਵੇਖਿਆ ਉਹ ਜੰਗਲੀ ਕੁੜੀ ਆਪਣੇ ਪੈਰਾਂ ਦੇ ਭਾਰ ਬੈਠ ਸਾਹਮਣੇ ਵੱਲ ਇੱਕ ਟਿਕ ਦੇਖ ਰਹੀ ਸੀ। ਉਸਨੇ ਮਹਿਸੂਸ ਕੀਤਾ ਕਿ ਉਹ ਬਹੁਤ ਖੂਬਸੂਰਤ ਹੈ। ਉਸਦਾ ਇਕਹਿਰਾ ਸਰੀਰ, ਨਾ ਮਾਤਰ ਢਿੱਡ ਤੇ ਉਹਦਾ ਰੰਗ ਜ਼ਮੀਨ ਵਾਂਗ ਭੂਰਾ ਸੀ। ਕੁੱਲ ਮਿਲਾ ਕੇ ਉਹਦੇ ਸਰੀਰ ਦੀ ਬਣਤਰ ਬਹੁਤ ਸੁੰਦਰ ਸੀ। ਇਸ ਤੋਂ ਬਾਅਦ ਉਹ ਅਕਸਰ ਚਟਾਨ ਤੇ ਬੈਠ ਜਾਂਦਾ ਤੇ ਉੱਥੇ ਬੈਠ ਕਿਸੇ ਜਹਾਜ਼ ਦਾ ਇੰਤਜ਼ਾਰ ਕਰਦਾ। ਉਹ ਸੂਰਜ ਚੜ੍ਹਨ ਤੇ ਸੂਰਜ ਡੁੱਬਣ ਨੂੰ ਬੜੇ ਹੀ ਧਿਆਨ ਨਾਲ ਵੇਖਦਾ।
ਫਿਰ ਕੁਝ ਅਰਸੇ ਬਾਅਦ ਉਸ ਦਾ ਕੋਈ ਮਹੱਤਵ ਨਾ ਰਹਿ ਗਿਆ। ਦਿਨ ਪ੍ਰਤੀ ਦਿਨ ਉਹ ਇਸ ਰਮਣੀਕ ਦੀਪ ਤੇ ਇਸ ਦੇ ਵਾਤਾਵਰਣ ਦੇ ਬਾਰੇ 'ਚ ਨਵੀਆਂ-ਨਵੀਆਂ ਗੱਲਾਂ ਜਾਣਨ ਲੱਗਿਆ। ਇਹ ਉਹਨੂੰ ਪਿਆਰ ਦੀਪ ਦੀ ਤਰ੍ਹਾਂ ਜਾਪਣ ਲੱਗਿਆ। ਕਦੇ-ਕਦੇ ਜੰਗਲੀ ਉਹਦੇ ਕੋਲ ਆਉਂਦੇ ਤੇ ਕਬੂਤਰਾਂ ਦੇ ਝੁੰਡ ਵਾਂਗਰ ਉਹਦੇ ਚੌਂ ਪਾਸੇ ਘੇਰਾ ਬਣਾ ਕੇ ਬਹਿ ਜਾਂਦੇ। ਘੰਟਿਆਂ ਬੱਧੀ ਉਹ ਲੂਈਜ਼ ਨੂੰ ਵੇਖਦੇ ਰਹਿੰਦੇ। ਇਹੀ ਲੋਕ ਲੂਈਜ਼ ਦੇ ਲਈ ਭੋਜਨ ਦਾ ਪ੍ਰਬੰਧ ਵੀ ਕਰਦੇ ਸਨ। ਮੀਂਹ ਦੇ ਮੌਸਮ ਕਾਰਨ ਲੂਈਜ਼ ਨੇ ਜੰਗਲੀ ਕੁੜੀ ਦੀ ਝੌਂਪੜੀ 'ਚ ਡੇਰਾ ਲਾ ਲਿਆ। ਇੱਦਾਂ ਉਹ ਜੰਗਲੀਆਂ ਦੇ ਦਰਮਿਆਨ ਉਹਨਾਂ ਵਾਂਗ ਨਿਰਵਸਤਰ ਹੀ ਰਹਿਣ ਲੱਗਿਆ। ਇੱਦਾਂ ਉਹਦੇ ਦਿਲ 'ਚ ਉਹਨਾਂ ਪ੍ਰਤੀ ਤਿਰਸਕਾਰ ਦੀ ਭਾਵਨਾ ਘਰ-ਘਰ ਗਈ ਸੀ। ਇਹੀ ਕਾਰਨ ਸੀ ਕਿ ਉਹਨਾਂ ਦੀ ਭਾਸ਼ਾ ਦਾ ਇੱਕ ਵੀ ਅੱਖਰ ਨਹੀਂ ਸਿੱਖ ਸਕਿਆ ਸੀ। ਉਹਨੂੰ ਪਤਾ ਨਹੀਂ ਸੀ ਕਿ ਜਿਸ ਦੀਪ ਤੇ ਉਹ ਰਹਿ ਰਿਹਾ ਹੈ, ਜੰਗਲੀਆਂ ਨੇ ਉਹਦਾ ਕੀ ਨਾਂ ਰੱਖਿਆ ਹੈ। ਨਾ ਹੀ ਉਹਨੂੰ ਉਸ ਕੁੜੀ ਦਾ ਨਾਂ ਪਤਾ ਸੀ। ਜਦ ਵੀ ਉਹ ਝੌਂਪੜੀ 'ਚ ਪਰਤਦਾ ਤਾਂ ਉਹਨੂੰ ਉੱਥੇ ਖਾਣਾ, ਬਿਸਤਰਾ ਤੇ ਸ਼ਾਂਤ ਕੁੜੀ ਦੀ ਗਲਵੱਕੜੀ ਤਿਆਰ ਮਿਲਦੀ। ਉਹ ਕੁੜੀ ਨੂੰ ਮੁਕੰਮਲ ਰੂਪ 'ਚ ਮਨੁੱਖ ਨਾ ਮੰਨ ਕੇ ਇੱਕ ਜਾਨਵਰ ਦੇ ਬਰਾਬਰ ਹੀ ਸਮਝਦਾ ਸੀ। ਜੋ ਵੀ ਹੋਵੇ, ਉਹ ਉਹਦੇ ਨਾਲ ਉੱਦਾਂ ਹੀ ਵਿਵਹਾਰ ਕਰਦਾ ਸੀ ਜਿੱਦਾਂ ਉਹ ਸਮਝਦੀ ਸੀ। ਉਹ ਆਪਣੀ ਭਾਸ਼ਾ 'ਚ ਉਸਨੂੰ ਸਾਰਾ ਕੁਝ ਦੱਸਦਾ ਤੇ ਸੰਤੁਸ਼ਟ ਮਹਿਸੂਸ ਕਰਦਾ, ਕਿਉਂਕਿ ਕੁੜੀ ਬੜੇ ਹੀ ਧਿਆਨ ਨਾਲ ਸੁਣਦੀ ਸੀ। ਉਹ ਉਹਨੂੰ ਹਰੇਕ ਉਸ ਚੀਜ਼ ਬਾਰੇ ਦੱਸਦਾ ਸੀ ਜੋ ਉਸਦੇ ਦਿਮਾਗ 'ਚ ਘੁੰਮਦੀ ਸੀ, ਜਿਵੇਂ ਕਿ ਲਿਸਬਨ 'ਚ ਗੁਜ਼ਾਰੇ ਦਿਨ, ਘਰ ਦੇ ਬਾਰੇ ਤੇ ਆਪਣੀਆਂ ਘੁਮਕੜੀਆਂ ਦੇ ਬਾਰੇ। ਸਾਰਾ ਕੁਝ ਉਸਨੂੰ ਦੱਸਦਾ ਸੀ। ਸ਼ੁਰੂ-ਸ਼ੁਰੂ 'ਚ ਉਸਨੂੰ ਦੁੱਖ ਹੁੰਦਾ ਸੀ ਕਿ ਕੁੜੀ ਨਾ ਤਾਂ ਉਹਦੀਆਂ ਗੱਲਾਂ ਦੇ ਅਰਥ ਜਾਣਦੀ ਹੈ ਤੇ ਨਾ ਹੀ ਉਹਨਾਂ ਗੱਲਾਂ ਦਾ ਮਹੱਤਵ। ਪਰ ਹੌਲੀ-ਹੌਲੀ ਉਹ ਇਸ ਦਾ ਆਦੀ ਹੋ ਗਿਆ। ਉਹ ਆਪਣੀਆਂ ਗੱਲਾਂ ਉੱਦਾਂ ਹੀ ਦੱਸਦਾ ਤੇ ਸਮਝਾਉਂਦਾ ਰਿਹਾ। ਇਸ ਤੋਂ ਮਗਰੋਂ ਜਦ ਵੀ ਉਹ ਉਸਨੂੰ ਕੁਝ ਦੱਸਦਾ ਤਾਂ ਭਾਵਨਾ ਦੇ ਵਹਿਣ 'ਚ ਉਹ ਕੁੜੀ ਨੂੰ ਆਪਣੀਆਂ ਬਾਹਾਂ 'ਚ ਭਰ ਲੈਂਦਾ। ਵਕਤ ਦੇ ਨਾਲ-ਨਾਲ ਲੂਈਜ਼ ਦੀਆਂ ਗੱਲਾਂ ਛੋਟੀਆਂ ਹੁੰਦੀਆਂ ਗਈਆਂ ਤੇ ਉਹ ਉਹਨਾਂ ਨੂੰ ਸੁਣਾਉਂਦਾ ਅੜਕਣ ਵੀ ਲੱਗਾ। ਲੂਈਜ਼ ਦੀਆਂ ਰੋਮਾਂਟਿਕ ਗੱਲਾਂ ਉਹਦੇ ਜ਼ਿਹਨ 'ਚੋਂ ਇੱਦਾਂ ਮਨਫੀ ਹੋਈਆਂ ਜਿੱਦਾਂ ਕਦੇ ਵਾਪਰੀਆਂ ਹੀ ਨਾ ਹੋਣ। ਦਿਨ ਭਰ ਲੂਈਜ਼ ਝੌਂਪੜੀ 'ਚ ਬੈਠਾ ਖਿਆਲਾਂ 'ਚ ਗੁਆਚਿਆ ਰਹਿੰਦਾ। ਹੁਣ ਉਹ ਆਪਣੇ ਨਵੇਂ ਜੀਵਨ ਮੁਤਾਬਕ ਢਲ ਗਿਆ ਸੀ। ਨਿਯਮਤ ਰੂਪ 'ਚ ਉਹ ਚੱਟਾਨ ਤੇ ਬੈਠਦਾ, ਪਰ ਹੁਣ ਉਹਦੀਆਂ ਅੱਖਾਂ ਉੱਥੋਂ ਲੰਘਣ ਵਾਲੇ ਕਿਸੇ ਜਹਾਜ਼ ਨੂੰ ਨਹੀਂ ਤਲਾਸ਼ਦੀਆਂ ਸਨ। ਇੱਦਾਂ ਹੀ ਕਈ ਸਾਲ ਲੰਘ ਗਏ। ਲੂਈਜ਼ ਆਪਣੀ ਵਾਪਸੀ ਤੇ ਲੰਘੇ ਸਮੇਂ ਨੂੰ ਪੂਰੀ ਤਰ੍ਹਾਂ ਭੁੱਲ ਚੁੱਕਾ ਸੀ। ਇੱਥੇ ਉਹਦੀ ਭਾਸ਼ਾ ਤੇ ਦਿਮਾਗ ਵੀ ਜ਼ੁਬਾਨ ਵਾਂਗੂ ਸ਼ਾਂਤ ਹੋ ਚੁੱਕੇ ਸਨ। ਹਰ ਰਾਤ ਉਹ ਝੌਂਪੜੀ ਤੇ ਪਰਤਦਾ, ਪਰ ਹੁਣ ਉਹ ਇਸ ਦੀਪ ਦੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਸੀ। ਇੱਕ ਦਿਨ ਗਰਮੀਆਂ ਦੇ ਮੌਸਮ ਵਿੱਚ ਲੂਈਜ਼ ਸੰਘਣੇ ਜੰਗਲ ਵਿੱਚ ਘੁੰਮ ਰਿਹਾ ਸੀ। ਉਹਨੂੰ ਇੱਕ ਰਹੱਸਮਈ ਆਵਾਜ਼ ਸੁਣਾਈ ਦਿੱਤੀ। ਇਸ ਆਵਾਜ਼ ਨੇ ਉਹਨੂੰ ਵਿਆਕੁਲ ਕਰ ਦਿੱਤਾ। ਉਹ ਘਬਰਾ ਕੇ ਜੰਗਲ ਤੋਂ ਬਾਹਰ ਨਿਕਲਿਆ। ਉਹਨੇ ਵੇਖਿਆ ਕਿ ਸਮੁੰਦਰ ਕਿਨਾਰੇ ਇੱਕ ਜਹਾਜ਼ ਖੜਾ ਹੈ। ਉਹਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਉਹ ਭੱਜਦਾ ਹੋਇਆ ਸਮੁੰਦਰ ਕਿਨਾਰੇ ਪਹੁੰਚਿਆ। ਉਹਨੇ ਵੇਖਿਆ ਕਿ ਉੱਥੇ ਮਲਾਹਾਂ ਅਤੇ ਅਧਿਕਾਰੀਆਂ ਦਾ ਇੱਕ ਸਮੂਹ ਖੜਾ ਹੈ। ਇੱਕ ਜੰਗਲੀ ਵਾਂਗਰ ਲੂਈਜ਼ ਚੱਟਾਨ ਦੇ ਪਿੱਛੇ ਲੁੱਕ ਕੇ ਉਹਨਾਂ ਨੂੰ ਵੇਖਣ ਲੱਗਿਆ। ਜਦ ਉਹਨਾਂ ਦੇ ਸ਼ਬਦ ਲੂਈਜ਼ ਦੇ ਦਿਮਾਗ ਨਾਲ ਟਕਰਾਏ ਤਾਂ ਉਹਨੂੰ ਅਹਿਸਾਸ ਹੋਇਆ ਕਿ ਉਹ ਉਹਦੇ ਮੁਲਕ ਦੀ ਭਾਸ਼ਾ ਬੋਲ ਰਹੇ ਹਨ। ਉਹ ਉੱਠ ਖਲੋਤਾ ਤੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਉਹ ਸਿਰਫ ਇੱਕ ਤੇਜ਼ ਆਵਾਜ਼ ਹੀ ਕੱਢ ਸਕਿਆ। ਉਹ ਲੋਕ ਡਰ ਗਏ। ਲੂਈਜ਼ ਨੇ ਦੁਬਾਰਾ ਆਵਾਜ਼ ਮਾਰੀ। ਉਹਨਾਂ ਨੇ ਆਪਣੀਆਂ ਬੰਦੂਕਾਂ ਕੱਢ ਲਈਆਂ। ਉਦੋਂ ਹੀ ਲੂਈਜ਼ ਦੇ ਗੁਆਚੇ ਹੋਏ ਸ਼ਬਦ ਮੁੜ ਆਏ ਤੇ ਉਹ ਚੀਕਿਆ, ਸ਼੍ਰੀਮਾਨ ਰਹਿਮ ਕਰੋ। ਸਾਰੇ ਖੁਸ਼ੀ ਨਾਲ ਚੀਕੇ ਤੇ ਲੂਈਜ਼ ਵੱਲ ਔੜੇ। ਜੰਗਲੀ ਭਾਵਨਾ ਨਾਲ ਓਤ-ਪੋਤ ਹੋ ਲੂਈਜ਼ ਉਹਨਾਂ ਦੇ ਮੂਹਰੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸਾਰਿਆਂ ਨੇ ਉਹਨੂੰ ਘੇਰ ਲਿਆ ਤੇ ਇੱਕ-ਇੱਕ ਕਰ ਸਾਰੇ ਉਹਦੇ ਗਲ ਲੱਗਣ ਲੱਗੇ। ਉਹਨਾਂ ਉਹਦੇ ਤੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ। ਹੁਣ ਉਹ ਉਹਨਾਂ ਦੇ ਝੁੰਡ ਵਿੱਚ ਨਿਰਵਸਤਰ ਤੇ ਪਰੇਸ਼ਾਨ ਖੜਾ ਸੀ। ਉਹ ਉੱਥੋਂ ਭੱਜਣ ਦਾ ਮੌਕਾ ਭਾਲ ਰਿਹਾ ਸੀ। ਉਦੋਂ ਹੀ ਇੱਕ ਬਜ਼ੁਰਗ ਅਧਿਕਾਰੀ ਨੇ ਅੱਗੇ ਵੱਧ ਕੇ ਕਿਹਾ, ਡਰ ਨਾ, ਯਾਦ ਕਰਨ ਦੀ ਕੋਸ਼ਿਸ਼ ਕਰ ਕਿ ਤੂੰ ਇਨਸਾਨ ਹੈ। ਇਹਦੇ ਲਈ ਸ਼ਰਾਬ ਤੇ ਮਾਸ ਲੈ ਕੇ ਆਓ। ਇਹ ਬਹੁਤ ਹੀ ਕਮਜ਼ੋਰ ਲੱਗ ਰਿਹਾ ਹੈ। ਤੂੰ ਉੱਥੇ ਬੈਠ ਤੇ ਫਿਰ ਆਪਣੇ ਬਾਰੇ ਦੱਸ। ਭਾਸ਼ਾ ਵਰਗਾ ਅਹਿਮ ਤੋਹਫਾ ਤੈਨੂੰ ਫਿਰ ਪ੍ਰਾਪਤ ਹੋਇਆ ਏ। ਜ਼ੁਬਾਨ ਦੀ ਤਾਕਤ ਤੋਂ ਖੂਬਸੂਰਤ ਹੋਰ ਕੁਝ ਵੀ ਨਹੀਂ। ਇਹਦੀ ਮਦਦ ਨਾਲ ਮਨੁੱਖ ਬੀਤੇ ਪਲਾਂ ਤੇ ਭਾਵਨਾਵਾਂ ਨੂੰ ਵਿਅਕਤ ਕਰ ਸਕਦਾ ਹੈ। ਜਦ ਉਹ ਗੱਲ ਕਰ ਰਹੇ ਸਨ, ਉਦੋਂ ਹੀ ਇੱਕ ਨੌਜਵਾਨ ਹੌਲੀ ਆਵਾਜ਼ 'ਚ ਗੀਤ ਗਾਉਣ ਲੱਗਾ। ਗੀਤ 'ਚ ਅਜਿਹੇ ਸ਼ਖਸ ਦਾ ਵਰਣਨ ਕੀਤਾ ਗਿਆ ਸੀ ਜੋ ਸਮੁੰਦਰ ਦੀ ਯਾਤਰਾ ਤੇ ਗਿਆ ਸੀ, ਜਦਕਿ ਉਸਦੀ ਪ੍ਰੇਮਿਕਾ ਸਮੁੰਦਰ, ਹਵਾ ਤੇ ਅਸਮਾਨ ਨੂੰ ਉਹਨੂੰ ਵਾਪਸ ਮੋੜ ਲਿਆਉਣ ਦੀ ਬੇਨਤੀ ਕਰ ਰਹੀ ਸੀ।
ਗਾਣੇ ਵਿੱਚ ਪ੍ਰੇਮਿਕਾ ਦੇ ਦੁੱਖਾਂ ਨੂੰ ਕਾਫੀ ਭਾਵਨਾਤਮਕ ਸ਼ਬਦਾਂ 'ਚ ਚਿਤਰਿਆ ਗਿਆ ਸੀ। ਇਸ ਤੋਂ ਬਾਅਦ ਸਾਰੇ ਮਲਾਹਾਂ ਨੇ ਅਜਿਹੇ ਗੀਤ ਗਾਏ, ਸਾਰਿਆਂ ਦੀ ਆਵਾਜ਼ 'ਚ ਦਰਦ ਤੇ ਨਾਲ-ਨਾਲ ਮਹਿਬੂਬ ਦੀ ਯਾਦ ਦਾ ਛਿੱਟਾ ਸੀ, ਜਿਨ੍ਹਾਂ ਨੂੰ ਉਹ ਆਪਣੀ ਸਮੁੰਦਰੀ ਯਾਤਰਾ ਤੇ ਨਿਕਲਣ ਤੋਂ ਪਹਿਲਾਂ ਇਕੱਲਾ ਛੱਡ ਆਏ ਸਨ। ਥੋੜੀ ਦੇਰ ਨੂੰ ਸਾਰੇ ਆਪਣੇ ਘਰ ਤੇ ਜਿਨ੍ਹਾਂ ਨੂੰ ਪਿੱਛੇ ਛੱਡ ਆਏ ਹਨ ਉਹਨਾਂ ਦੀ ਯਾਦ 'ਚ ਡੁੱਬ ਗਏ। ਸ਼ਬਦਾਂ ਅਤੇ ਆਪਣੇ ਲੋਕਾਂ ਵਿੱਚ ਖੁਦ ਨੂੰ ਘਿਰਿਆ ਵੇਖ ਲੂਇਸ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਆ ਗਏ ਤੇ ਉਹ ਫੁੱਟ-ਫੁੱਟ ਰੋ ਪਿਆ। ਉਹ ਇਸ ਨੂੰ ਸੁਪਨਾ ਸਮਝ ਰਿਹਾ ਸੀ। ਉਹਨੂੰ ਡਰ ਸੀ ਕਿ ਇਹ ਸੁਪਨਾ ਕਦੇ ਪੂਰਾ ਨਹੀਂ ਹੋਣਾ। ਅੰਤ ਬਜ਼ੁਰਗ ਉੱਠ ਖੜਿਆ ਤੇ ਬੋਲਿਆ, ਬੱਚਿਓ, ਹੁਣ ਅਸੀਂ ਇਸ ਦੀਪ ਦਾ ਨਿਰੀਖਣ ਕਰਾਂਗੇ ਤੇ ਸ਼ਾਮ ਹੁਣ ਤੱਕ ਇਸੇ ਜਹਾਜ਼ ਤੇ ਮਿਲਾਂਗੇ ਤੇ ਰੱਬ ਦੀ ਕਿਰਪਾ ਨਾਲ ਰਾਤ ਨੂੰ ਆਪਣਾ ਸਫ਼ਰ ਆਰੰਭ ਕਰਾਂਗੇ। ਲੂਇਸ ਵੱਲ ਵੇਖਦਾ ਬਜ਼ੁਰਗ ਬੋਲਿਆ, ਤੂੰ ਮੇਰੇ ਦੋਸਤ, ਜੇਕਰ ਤੇਰੇ ਕੋਲ ਕੋਈ ਸਮਾਨ ਹੈ ਜੋ ਤੇਰਾ ਹੈ ਤੇ ਜਾਂ ਫਿਰ ਕੁਝ ਅਜਿਹੀਆਂ ਚੀਜ਼ਾਂ ਜੋ ਤੂੰ ਨਿਸ਼ਾਨੀ ਦੇ ਤੌਰ ਤੇ ਲਿਜਾਣਾ ਚਾਹੁੰਦਾ ਹੈ ਤਾਂ ਸਾਡੇ ਇੱਥੇ ਆਉਣ ਤੱਕ ਲੈ ਆ। ਸੂਰਜ ਡੁੱਬਣ ਤੱਕ ਸਾਡਾ ਇੱਥੇ ਹੀ ਇੰਤਜ਼ਾਰ ਕਰੀਂ। ਸਾਰੇ ਮਲਾਹ ਮੁਸਾਫਰ ਦੀਪ ਦੇ ਇਰਦ ਗਿਰਦ ਨਿਕਲ ਤੁਰੇ। ਲੂਇਸ ਨੇ ਵੀ ਜੰਗਲੀ ਕੁੜੀ ਦੀ ਝੌਂਪੜੀ ਵੱਲ ਮੁੱਖ ਕੀਤਾ। ਜਿਵੇਂ ਜਿਵੇਂ ਉਹ ਝੌਂਪੜੀ ਵੱਲ ਜਾ ਰਿਹਾ ਸੀ ਤਿਵੇਂ ਤਿਵੇਂ ਉਦਾਸੀ ਦੀ ਕਾਲੀ ਘਟਾ ਛਾ ਰਹੀ ਸੀ। ਲੂਇਸ ਸੋਚ ਰਿਹਾ ਸੀ ਕਿ ਉਹ ਕੁੜੀ ਨੂੰ ਆਪਣੇ ਵਾਪਸ ਪਰਤਣ ਦੀ ਗੱਲ ਕਿਵੇਂ ਆਖੇਗਾ, ਕਿਵੇਂ ਉਹ ਉਹਨੂੰ ਭੁੱਲ ਜਾਣ ਲਈ ਆਖੇਗਾ। ਉਹ ਇੱਕ ਚੱਟਾਨ ਤੇ ਬਹਿ ਗਿਆ ਤੇ ਸਵੈ ਮੰਥਨ 'ਚ ਲੱਗ ਗਿਆ। ਉਹ ਸੋਚ ਰਿਹਾ ਸੀ ਕਿ ਪਿਛਲੇ 10 ਸਾਲਾਂ ਤੋਂ ਉਹ ਉਹਦੇ ਨਾਲ ਰਹਿ ਰਿਹਾ ਹੈ। ਇਦਾਂ ਕਿੱਦਾਂ ਉਹ ਬਿਨਾਂ ਆਭਾਰ ਪ੍ਰਗਟ ਕੀਤਿਆਂ ਇਸ ਦੀਪ ਤੋਂ ਜਾ ਸਕਦਾ ਹੈ। ਕੁੜੀ ਜੋ ਹੁਣ ਇੱਕ ਔਰਤ ਬਣ ਚੁੱਕੀ ਸੀ, ਦੁਆਰਾ ਕੀਤੀਆਂ ਗਈਆਂ ਸੇਵਾਵਾਂ ਨੂੰ ਉਹ ਯਾਦ ਕਰਨ ਲੱਗਾ। ਕਿੱਦਾਂ ਉਸਨੇ ਸ਼ਰਨ ਦਿੱਤੀ, ਭੋਜਨ ਦਿੱਤਾ, ਕਿੱਦਾਂ ਕੁੜੀ ਨੇ ਉਹਨੂੰ ਆਪਣਾ ਆਪ ਸੌਂਪ ਦਿੱਤਾ। ਇਹੀ ਸੋਚਦਿਆਂ ਉਹ ਝੌਂਪੜੀ 'ਚ ਦਾਖਲ ਹੋਇਆ। ਉਹ ਔਰਤ ਕੋਲ ਬੈਠ ਜਲਦੀ ਨਾਲ ਉਸ ਨੂੰ ਸਾਰਾ ਕੁਝ ਸਮਝਾਉਣ ਲੱਗਾ। ਉਹਨੂੰ ਲੱਗਿਆ ਕਿ ਉਹ ਸਮਝਾ ਸਕਦਾ ਹੈ। ਉਹਨੇ ਦੱਸਿਆ ਕਿ ਉਹਨੂੰ ਲਿਜਾਣ ਲਈ ਕੁਝ ਲੋਕ ਆਏ ਹਨ ਤੇ ਹੁਣ ਉਹਨੂੰ ਜਾਣਾ ਹੀ ਪਵੇਗਾ। ਉਹਨੇ ਜਾ ਕੇ ਕੁਝ ਜ਼ਰੂਰੀ ਕੰਮ ਨਿਪਟਾਉਣੇ ਹਨ। ਫਿਰ ਉਹਨੇ ਜੰਗਲੀ ਔਰਤ ਨੂੰ ਆਪਣੀਆਂ ਬਾਹਾਂ 'ਚ ਭਰ ਲਿਆ ਤੇ ਹਰ ਉਸ ਚੀਜ਼ ਦਾ ਧੰਨਵਾਦ ਕਰਨ ਲੱਗਾ ਜੋ ਉਸਨੇ ਦਿੱਤੀ। ਲੂਇਸ ਨੇ ਵਾਅਦਾ ਕੀਤਾ ਕਿ ਉਹ ਜਲਦੀ ਹੀ ਪਰਤ ਆਵੇਗਾ। ਕਾਫੀ ਚਿਰ ਉਹਦੇ ਨਾਲ ਗੱਲਾਂ ਕਰਨ ਉਪਰੰਤ ਲੂਇਸ ਨੂੰ ਲੱਗਿਆ ਕਿ ਉਹ ਪ੍ਰਭਾਵਹੀਣ ਰੂਪ 'ਚ ਉਹਦੀਆਂ ਗੱਲਾਂ ਸੁਣ ਰਹੀ ਸੀ। ਇਸ ਕਰਕੇ ਉਹ ਗੁੱਸੇ 'ਚ ਆ ਗਿਆ ਤੇ ਉੱਚੀ ਉੱਚੀ ਆਪਣੀਆਂ ਗੱਲਾਂ ਕਹਿਣ ਲੱਗਾ। ਉਹ ਆਪਣੀਆਂ ਗੱਲਾਂ ਉੱਚੀ ਉੱਚੀ ਦੁਹਰਾਉਣ ਲੱਗਿਆ। ਪੈਰ ਮਾਰ ਮਾਰ ਉਹ ਆਪਣਾ ਗੁੱਸਾ ਜ਼ਾਹਰ ਕਰਨ ਲੱਗਾ। ਉਦੋਂ ਹੀ ਉਹਨੂੰ ਲੱਗਿਆ ਕਿ ਮਲਾਹ ਤੇ ਮੁਸਾਫਰ ਉਹਨੂੰ ਉਡੀਕੇ ਬਿਨਾਂ ਹੀ ਵਾਪਸ ਜਾ ਰਹੇ ਹਨ। ਉਹ ਗੱਲਬਾਤ ਵਿੱਚੇ ਛੁੱਡ ਘਾਬਰਿਆ ਜਿਹਾ ਬਾਹਰ ਨਿਕਲਿਆ ਤੇ ਕਿਨਾਰੇ ਵੱਲ ਭੱਜ ਉੱਠਿਆ। ਉੱਥੇ ਕਿਸੇ ਨੂੰ ਨਾ ਵੇਖ ਕੇ ਲੂਇਸ ਉੱਥੇ ਹੀ ਬਹਿ ਗਿਆ ਤੇ ਉਹਨਾਂ ਦੀ ਉਡੀਕ ਕਰਨ ਲੱਗਾ। ਹਾਲੇ ਵੀ ਉਹਨੂੰ ਇਹੀ ਗੱਲ ਸਤਾ ਰਹੀ ਸੀ ਕਿ ਕੀ ਜੰਗਲੀ ਔਰਤ ਉਹਦੇ ਜਾਣ ਦੀ ਗੱਲ ਸਮਝ ਗਈ ਸੀ। ਇਸ ਗੱਲ ਨੇ ਉਸ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਹ ਉਸ ਨੂੰ ਸਮਝਾਉਣ ਲਈ ਉਸ ਦੀ ਝੌਂਪੜੀ ਵੱਲ ਚੱਲ ਪਿਆ। ਝੌਂਪੜੀ ਦੇ ਕੋਲ ਪਹੁੰਚ ਬਾਹਰ ਹੀ ਰੁਕ ਗਿਆ ਤੇ ਇੱਕ ਸੁਰਾਖ ਤੋਂ ਅੰਦਰ ਵੇਖਣ ਲੱਗਿਆ ਕਿ ਉਹ ਕੀ ਕਰ ਰਹੀ ਹੈ। ਉਹਨੇ ਵੇਖਿਆ ਕਿ ਉਹ ਉਹਦੇ ਲਈ ਭੋਜਨ ਸਜਾ ਰਹੀ ਹੈ। ਜੰਗਲੀ ਔਰਤ ਖਰਾਬ ਤੇ ਦਾਗੀ ਫਲ ਖੁਦ ਖਾ ਰਹੀ ਸੀ ਤੇ ਵਧੀਆ ਤੇ ਸਾਫ਼ ਫਲ ਲੂਇਸ ਲਈ ਰੱਖ ਰਹੀ ਸੀ। ਫਿਰ ਉਹ ਬੁੱਤ ਵਾਂਗ ਉੱਥੇ ਬੈਠ ਲੂਇਸ ਦਾ ਇੰਤਜ਼ਾਰ ਕਰਨ ਲੱਗੀ। ਉਹਨੇ ਲੂਇਸ ਲਈ ਬਿਸਤਰਾ ਵੀ ਤਿਆਰ ਕੀਤਾ। ਇਹ ਵੇਖ ਲੂਇਸ ਨੂੰ ਜਾਪਿਆ ਕਿ ਇਸ ਔਰਤ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਲੂਇਸ ਨੇ ਤੈਅ ਕੀਤਾ ਕਿ ਉਹਨੂੰ ਫਲ ਖਾਣੇ ਚਾਹੀਦੇ ਹਨ ਤੇ ਜਿਹੜਾ ਬਿਸਤਰਾ ਉਹਦੇ ਲਈ ਵਿਛਾਇਆ ਗਿਆ ਹੈ ਉਸ ਤੇ ਸੌਣਾ ਚਾਹੀਦਾ ਹੈ। ਇਸ ਵੇਲੇ ਸੂਰਜ ਡੁੱਬਣ ਲੱਗਾ ਤੇ ਬੇੜੇ ਦੇ ਲੋਕ ਰਵਾਨਾ ਹੋਣ ਲਈ ਸਮੁੰਦਰ ਕੰਢੇ ਇਕੱਠੇ ਹੋਣ ਲੱਗੇ। ਸਿਰਫ ਲੂਇਸ ਹੀ ਸੀ ਜੋ ਉੱਥੇ ਮੌਜੂਦ ਨਹੀਂ ਸੀ। ਉਹ ਲੋਕ ਜੰਗਲ ਵੱਲ ਉਹਨੂੰ ਭਾਲਣ ਲੱਗੇ, ਉਹਨੂੰ ਹਾਕਾ ਮਾਰਦੇ ਅੱਗੇ ਵਧ ਰਹੇ ਸਨ। ਦੋ ਤਾਂ ਲੂਇਸ ਦੇ ਕਾਫੀ ਨੇੜੇ ਪਹੁੰਚੇ, ਪਰ ਉਹਨੇ ਖੁਦ ਨੂੰ ਝਾੜੀਆਂ ਉੱਲੇ ਲੁਕੋ ਲਿਆ। ਉਹ ਉਹਨੂੰ ਲੱਭ ਨਾ ਲੈਣ, ਇਹ ਸੋਚ ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ ਤੇ ਅੱਖਾਂ ਅੱਗੇ ਹਨੇਰਾ ਛਾ ਗਿਆ। ਸਾਰੇ ਮਲਾਹ ਲੂਇਸ ਨੂੰ ਲੱਭ ਨਾ ਸਕਣ ਦੇ ਦੁੱਖ ਕਾਰਨ ਜਹਾਜ਼ ਵੱਲ ਪਰਤ ਗਏ। ਥੋੜੇ ਚਿਰ ਨੂੰ ਸ਼ਾਂਤੀ ਛਾ ਗਈ। ਲੂਇਸ ਝਾੜੀਆਂ 'ਚੋਂ ਨਿਕਲ ਕੇ ਝੌਂਪੜੀ 'ਚ ਚਲਿਆ ਗਿਆ। ਜੰਗਲੀ ਔਰਤ ਉੱਦਾਂ ਹੀ ਸ਼ਾਂਤ ਬੈਠੀ ਸੀ। ਲੂਇਸ ਨੇ ਫਲ ਖਾਧੇ ਤੇ ਫਿਰ ਉਸ ਦੇ ਕੋਲ ਹੀ ਆਰਾਮਦਾਇਕ ਬਿਸਤਰੇ ਤੇ ਲੇਟ ਗਿਆ। ਸੂਰਜ ਦੇ ਉਦੈ ਹੋਣ ਦੇ ਨਾਲ ਹੀ ਲੂਇਸ ਦਰਵਾਜ਼ੇ ਤੇ ਖੜਾ ਹੋ ਕੇ
ਸਮੁੰਦਰ ਵੱਲ ਵੇਖਣ ਲੱਗਾ, ਜਿੱਥੇ ਉਸ ਪਾਰ ਸਮੁੰਦਰ ਦੇ ਪਾਣੀ ਤੇ ਸੂਰਜ ਦੀਆਂ ਕਿਰਨਾਂ ਸੋਹਣੇ ਵਾਂਗ ਚਮਕ ਰਹੀਆਂ ਸਨ। ਉਹਨੂੰ ਹਲੇ ਉਹ ਸੁੰਦਰ ਜਹਾਜ਼ ਵਾਪਸ ਜਾਂਦਾ ਵਿਖ ਰਿਹਾ ਸੀ। ਉਹ ਔਰਤ ਉੱਥੇ ਹੀ ਉਹਦੇ ਕੋਲ ਸੁੱਤੀ ਪਈ ਸੀ, ਪਰ ਹੁਣ ਉਹ ਪਹਿਲਾਂ ਵਾਂਗ ਆਕਰਸ਼ਿਤ ਨਹੀਂ ਲੱਗ ਰਹੀ ਸੀ, ਸਗੋਂ ਉਹ ਭੱਦੀ ਤੇ ਕਰੂਪ ਪ੍ਰਤੀਤ ਹੋ ਰਹੀ ਸੀ। ਲੂਇਸ ਦੇ ਹੰਝੂ ਉਹਦੀਆਂ ਅੱਖਾਂ ਤੋਂ ਲੁੜਕ ਕੇ ਹਿੱਕ ਤੇ ਪਹੁੰਚ ਗਏ। ਲੂਇਸ ਹੌਲੀ ਆਵਾਜ਼ 'ਚ ਸੁੰਦਰ ਸ਼ਬਦ ਤੇ ਕਵਿਤਾਵਾਂ ਦੁਹਰਾ ਰਿਹਾ ਸੀ, ਜੋ ਦੁੱਖ ਤੇ ਇਕੱਲੇਪਣ ਨਾਲ ਭਰਪੂਰ ਸਨ। ਇਦਾਂ ਲੱਗ ਰਿਹਾ ਸੀ ਜਿਵੇਂ ਉਹ ਸਾਰਾ ਕੁਝ ਸੁਣ ਤੇ ਸਮਝ ਰਹੀ ਹੋਵੇ। ਉਦੋਂ ਹੀ ਜਹਾਜ਼ ਖਿਤਿਜ ਵਿੱਚ ਕਿਧਰੇ ਗੁਆਚ ਗਿਆ ਤੇ ਡੂਮ ਲੂਇਸ ਹਮੇਸ਼ਾ ਹਮੇਸ਼ਾ ਲਈ ਉਸ ਦੀਪ ਤੇ ਰਹਿ ਗਿਆ। ਉਸ ਦਿਨ ਤੋਂ ਬਾਅਦ ਆਪਣੀ ਮੌਤ ਤੱਕ ਲੂਇਸ ਨੇ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਵੀ ਨਾ ਕਿਹਾ।